गुरु दी साजी और नवाजी। गुरु रूप गुरु खालसा साध संगत जीओ। आप तन भागी हो जितने माई भाई सतगुरां दी पावन ते पवित्र गोद दे विच पहुँच के आपो अपनियां हाजरियां लवा के गुरु महाराज जी दियां खुशियां प्राप्त कर रहे हो। शहीदां दे सरताज शांति दे पुंज श्री गुरु अर्जन देव महाराज जी जैत श्री राग दे विच पंचम पातशाह जी पावन पवित्र हुक्मनामा बख्शिश करते हैं। ये उन्हां जीवां वास्ते उन्हां गुरमुख प्यारियां वास्ते जो जग्यासू रूप ने, जो परमेश्वर दे प्रेम दे विच तड़फदे हन। सतगुरु महाराज जी गुरु अर्जन देव जी इस पावन पवित्र हुक्मनामे दे विच तीन चीज़ां दा प्रवान लैंदे ने जग्यासुआं वास्ते कि उन्हां दी दशा की हुंदी है। वर्णन करते हुए गुरदेव पातशाह जी सानू इस तरह समझाउणा कर रहे ने। आओ मनोबिरतियां कागर करिए, गुरु दे शब्द दे विच प्रेमा सहित जुड़ना करिए। जैत श्री महला पंजवा। चात्रक चितवत वरसत में। सतगुरु पातशाह महाराज जी कहंदे जेड़ा बवीहा है वो स्वांदी बूंद नूं तरसदा रहिंदा है, क्योंकि ओदी जेड़ी दशा है वो स्वांदी बूंद कन्नियों रह नहीं सकता। वो पानी पानी नूं पुकारदा रहिंदा है, क्योंकि उसदा स्वांदी बूंद दे नाल अथा प्रेम हुंदा है। ते जे बबीहे नूं कहीए कि इत्थे समुंदर भरे पे ने, तलाब भरे पे ने, नहरां भरियां पईयां हन, कि तू जरूरी इन्नी तकलीफ उठाउणी है, दिन रात रोंदा है स्वांदी बूंद नूं, तां बबीहे दे कोलों इको ही उत्तर आवेगा कि मेरा जिहड़ी प्यास है वो स्वांदी बूंद तो बिना बुझदी नहीं। चात्रक चितवत बबीहा दिन रात कूकदा है, चितदा रहिंदा है, कास वास्ते वरसत में। गुरदेव पातशाह कहने मीह वास्ते तड़फदा है स्वांदी बूंद नूं। भावें तलाब भरे पे ने, कुछ भी भरिया पिया है, समुंदर है, नदियां नाले हन, पर वो स्वांदी बूंद नूं तरसदा है। यही दशा उस जग्यासू दी है जेड़ा गुरु दे दर्शना वास्ते तड़फदा है। ओदी जेड़ी अंदरली तड़फना है जग्यासू दी, वो यही है कि मैनू उस निरंकार दे दर्शन हो जान, परमात्मा दे दर्शन हो जान, वाहिगुरु दे दर्शन हो जान। जिमें बबीहा तड़फदा है स्वांदी बूंद नूं, दी प्यास नहीं बुझदी स्वांदी बूंद तो बिना। इसे तरह जग्यासू नूं कहीए
ਕਿ ਤੂੰ ਕਿਉਂ ਤੜਫਦਾ ਹੈ। ਇੱਥੇ ਬੜਾ ਗਿਆਨ ਪਿਆ ਹੈ, ਬੜੀ ਸੋਝੀ ਪਈ ਹੈ। ਸਮੁੰਦਰ ਭਰੇ ਪਏ ਨੇ, ਪ੍ਰਤੱਖ ਦਰਸ਼ਨ ਵੀ ਤੈਨੂੰ ਹੋ ਰਹੇ ਨੇ। ਸਾਰਾ ਹੀ ਸੰਸਾਰ ਬ੍ਰਹਮੰਡ ਹਰੀ ਦਾ ਰੂਪ ਹੈ ਤੇ ਤੂੰ ਅਨੁਭਵ ਕਰ ਲੈ ਕਿ ਸਾਰਾ ਹੀ ਪਰਮੇਸ਼ਰ ਦਾ ਰੂਪ ਹੈ। ਪਰ ਉਹ ਕਹਿੰਦਾ ਹੈ ਮੈਂ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦਾ, ਕਿਉਂਕਿ ਗੁਰੂ ਦੇ ਦਰਸ਼ਨ, ਪਰਮੇਸ਼ਰ ਦੇ ਦਰਸ਼ਨ, ਬ੍ਰਹਮ ਦੇ ਦਰਸ਼ਨ, ਜਿਗਿਆਸੂ ਜਿਹੜਾ ਹੈ ਉਹ ਬੈਰਾਗ ਧਾਰਨ ਕਰਕੇ ਰੋਂਦਾ ਰਹਿੰਦਾ ਹੈ ਦਿਨ ਰਾਤ ਕਿ ਮੈਨੂੰ ਬ੍ਰਹਮ ਦੇ ਪਰਮੇਸ਼ਰ ਦੇ ਦਰਸ਼ਨ ਹੋ ਜਾਣ। ਇਹ ਜਿਗਿਆਸੂ ਦੀ ਦਸ਼ਾ ਹੈ ਦਰਸ਼ਨ ਕਰਨ ਦੀ, ਜਿਵੇਂ ਚਾਤਰਕ ਦੀ ਦਸ਼ਾ ਹੈ ਸਵਾਂਦੀ ਬੂੰਦ ਨੂੰ ਤੜਫਣ ਦੀ। ਸਤਿਗੁਰੂ ਮਹਾਰਾਜ ਜੀ ਇੱਥੇ ਸਾਨੂੰ ਸਮਝਾਉਣ ਦੇ ਲਈ ਇੱਕ ਜਿਗਿਆਸੂ ਦਾ ਜਿਹਦਾ ਸੱਚਾ ਪ੍ਰੇਮ ਹੈ ਗੁਰੂ ਦੇ ਨਾਲ, ਸੱਚਾ ਪਿਆਰ ਹੈ ਗੁਰੂ ਦੇ ਨਾਲ, ਉਹਨਾਂ ਦੀ ਦਸ਼ਾ ਹੀ ਐਸੀ ਬਣ ਜਾਂਦੀ ਹੈ ਕਿ ਹੇ ਵਾਹਿਗੁਰੂ ਤੇਰੇ ਦਰਸ਼ਨਾਂ ਤੋਂ ਬਿਨਾਂ ਜੀਣਾ ਬੜਾ ਮੁਸ਼ਕਲ ਹੈ। ਦਰਸ਼ਨ ਪਿਆਸੀ ਦਿਨ ਰਾਤ, ਉਹ ਦਿਨ ਰਾਤ ਗੁਰੂ ਦੇ ਦਰਸ਼ਨਾਂ ਦੀ ਉਹਨਾਂ ਨੂੰ ਪਿਆਸ ਲੱਗੀ ਰਹਿੰਦੀ ਹੈ ਕਿ ਕਦੋਂ ਗੁਰੂ ਦੀ ਝਮਕ ਪਵੇ, ਕਦੋਂ ਦਰਸ਼ਨ ਹੋਣ। ਤੇ ਤਦੇ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਜਦੋਂ ਗੁਰੂ ਦੇ ਦਰਸ਼ਨ ਹੋਣ ਤਦੇ ਹੀ ਉਹਨਾਂ ਦੀ ਸਵਾਂਦੀ ਬੂੰਦ ਉਹਨਾਂ ਨੂੰ ਮਿਲੇ ਪਪੀਹੇ ਨੂੰ, ਤੇ ਤਦੇ ਹੀ ਉਹ ਚੁੱਪ ਕਰੀ। ਤੇ ਜਗਿਆਸੂ ਨੂੰ ਜੇ ਗੁਰੂ ਦੇ ਦਰਸ਼ਨ ਹੋਣ ਫਿਰ ਤ੍ਰਿਪਤ ਹੋਵੇ। ਇਸ ਕਰਕੇ ਪਾਤਸ਼ਾਹ ਕਹਿੰਦੀ ਜਗਿਆਸੂ ਵੀ ਇਉਂ ਤੜਫਦਾ ਰਹਿੰਦਾ ਹੈ ਜਿਵੇਂ ਬਵੀਹਾ ਤੜਫਦਾ ਹੈ। ਕਿਰਪਾ ਸਿੰਧ ਕਰਨਾ ਪ੍ਰਭ ਤਾਰਹੁ। ਸਤਿਗੁਰੂ ਮਹਾਰਾਜ ਕਹਿੰਦੇ ਕਿਰਪਾ ਦਾ ਸਾਗਰ, ਸਿੰਧ ਸਾਗਰ ਨੂੰ ਕਹਿੰਦੇ ਨੇ, ਸਮੁੰਦਰ ਨੂੰ ਕਹਿੰਦੇ ਨੇ। ਇਹ ਸਮੁੰਦਰਾਂ ਦੇ ਸਾਗਰ ਕਿਰਪਾ ਕਰਨ ਵਾਲੇ, ਕਰਨਾ ਪ੍ਰਭੂ ਪਰਮੇਸ਼ਰ, ਇਹ ਸਾਰੇ ਸਮੁੰਦਰ ਤੇਰੇ ਧਾਰੇ ਹੋਏ, ਤੇਰੇ ਬਣਾਏ ਹੋਏ ਨੇ। हे ਪ੍ਰਭ ਜੀ ਹਰ ਪ੍ਰੇਮ ਭਗਤ ਕੋ ਨੇਹ, ਪਰ ਕਿਰਪਾ ਕਰ ਮੈਨੂੰ ਪ੍ਰੇਮਾ ਭਗਤੀ ਹਰੀ ਵਾਹਿਗੁਰੂ ਬਖਸ਼ਣੀ ਕਰ। ਪ੍ਰੇਮਾ ਭਗਤੀ ਗੁਰਮੁਖ ਪਿਆਰਿਓ ਜੀ ਕਰ ਲਈਏ ਤਾਂ ਜੀਵਨ ਬਦਲ ਦਿੰਦੀ ਹੈ। ਹਰੀ ਵਾਹਿਗੁਰੂ ਦੀ ਪ੍ਰੇਮਾ ਭਗਤੀ ਜਮਾਂ ਦੇ ਰੱਸਿਆਂ ਤੋਂ ਬਚਾ ਦਿੰਦੀ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਕਿਰਪਾ ਕਰ ਇਹ ਸਮੁੰਦਰਾਂ ਨੂੰ ਰਚਣ ਵਾਲੇ ਸਮੁੰਦਰ ਵਤ ਵਾਹਿਗੁਰੂ, हे ਪ੍ਰਭੂ ਐਸੀ ਕਿਰਪਾ ਕਰੋ ਕਿ ਮੈਨੂੰ ਵੀ ਪ੍ਰੇਮ ਜਾਗ ਪੇ, ਸ਼ਰਧਾ ਜਾਗ ਪੇ, ਅੰਦਰ ਬੈਰਾਗ ਪੈਦਾ ਹੋ ਜੇ। ਹਰ ਪ੍ਰੇਮ ਭਗਤ ਕੋ ਨੇਹ, ਪ੍ਰੇਮਾ ਭਗਤੀ ਦਾ ਨੇਹ ਲੱਗ ਜਾਵੇ। ਰਹਾਉ ਵਿਸਰਾਮ ਦੀ ਕੀ ਸਮਝਾਉਂਦੇ ਨੇ ਸਤਿਗੁਰੂ ਜੀ ਦੂਸਰੇ ਪ੍ਰਮਾਣ ਵਿੱਚ। ਅਨਕ ਸੂਖ ਚਕਵੀ ਨਹੀਂ ਚਾਹਤ, ਆਨੰਦ ਪੂਰਨ ਭੇਖ ਦੇਹ। ਗੁਰੂ ਅਰਜਨ ਦੇਵ ਮਹਾਰਾਜ ਜੀ ਹੁਣ ਚੱਕਵੀ ਦਾ ਗਿਆਨ ਕਰਾਉਂਦੇ ਨੇ। ਚੱਕਵੀ ਆਪਣੇ ਪਤੀ ਦੇਵ ਤੋਂ ਦੂਰ, ਭਾਵੇਂ ਇੱਕ ਰਾਤ ਦਾ ਵਿਛੋੜਾ ਪੈਂਦਾ ਹੈ ਪਰ ਬਹੁਤ ਜ਼ਿਆਦਾ ਦੁੱਖ ਪਾਉਂਦੀ ਹੈ। ਚੱਕਵੀ ਦਾ ਸੰਬੰਧ ਤ੍ਰੇਤੇ ਦੇ ਅਵਤਾਰ ਰਾਮਚੰਦਰ ਜੀ ਨਾਲ ਹੈ। ਜਦੋਂ ਕਹਿੰਦੇ ਰਾਮਚੰਦਰ ਜੀ ਨੂੰ 14 ਸਾਲ ਦਾ ਬਨਵਾਸ ਹੋਇਆ, ਜੰਗਲਾਂ ਚ ਰਿਹਾ। ਜਦੋਂ ਅਖੀਰਲਾ ਪੱਖ ਸੀ ਜੰਗਲਾਂ ਵਿੱਚ ਰਹਿਣ ਦਾ ਰਾਮਚੰਦਰ ਜੀ ਦਾ, ਤੇ
ਸੀਤਾ ਦਾ ਵਿਛੋੜਾ ਪੈ ਗਿਆ। ਜਦੋਂ ਰਾਮ ਚੰਦਰ ਜੀ ਜੰਗਲਾਂ ਵਿੱਚ ਪਸ਼ੂ ਪੰਛੀ ਦਰਖਤਾਂ ਨੂੰ ਪੁੱਛਦੇ ਸੀ ਕਿ ਮੇਰੀ ਸੀਤਾ ਦੇਖੀ ਹੈ, ਜੇ ਕਿਸੇ ਨੇ ਦੇਖੀ ਹੈ ਤਾਂ ਦੱਸਣੀ ਕਰੋ। ਤਾਂ ਬੜਾ ਹੀ ਵਿਰਾਗ ਧਾਰਨ ਕਰਕੇ ਰਾਮ ਜੀ ਰੋਂਦੇ ਸਨ। ਸਤਿਗੁਰੂ ਪਾਤਸ਼ਾਹ ਦੇ ਵਿੱਚ ਬਾਣੀ ਦੇ ਜ਼ਿਕਰ ਆਇਆ, ਰੋਵੈ RAM ਨਿਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ। ਜਦੋਂ ਸੀਤਾ ਦਾ ਵਿਛੋੜਾ ਪਿਆ, ਛੋਟੇ ਭਰਾ ਦਾ ਵਿਛੋੜਾ ਹੋਇਆ ਲక్ష్మణ ਦਾ, ਤੇ RAM ਰੋਇਆ। ਸੋ ਸਮਾਂ ਨਹੀਂ, ਕਹਿੰਦੇ ਜਦੋਂ RAM ਰੋ ਰਿਹਾ ਸੀ ਜੰਗਲਾਂ ਵਿੱਚ ਆਪਣੀ ਘਰ ਵਾਲੀ ਸੀਤਾ ਵਾਸਤੇ, ਤੇ ਚੱਕਵੀ ਕਹਿੰਦੀ ਚੱਕਵੇ ਨੂੰ, ਕਹਿੰਦੀ ਹੂੰ ਤਾਂ ਤ੍ਰੇਤੇ ਦਾ ਅਵਤਾਰ ਹੈ, ਪਰ ਰੋਂਦਾ ਇਸਤਰੀਆਂ ਵਾਂਗੂ ਹੈ। ਦੁੱਖ ਦੇ ਵਿੱਚ ਕਿਸੇ ਨੂੰ ਬਦਮਾ ਬੋਲਣਾ ਨਹੀਂ ਚਾਹੀਦਾ, ਕਿਉਂਕਿ ਦੁੱਖ ਦੇ ਵਿੱਚ ਕਿਸੇ ਨੂੰ ਬਦਵਾ ਬੋਲਾਂਗੇ ਤਾਂ ਉਹਦਾ ਸਾਨੂੰ ਹਰਜਾਨਾ ਭਰਨਾ ਪਊ, ਸਾਨੂੰ ਉਹਦੀ ਸਜ਼ਾ ਮਿਲੂਗੀ। ਕੈਰਵਾਂ ਪਾਂਡਵਾਂ ਦਾ ਯੁੱਧ ਹੋਇਆ, ਉਹਦੇ ਵਿੱਚ ਕੀ ਸੀ? ਸਾਰੇ ਹੀ ਉਹ ਇਸਤਰੀ ਦਾ ਯੁੱਧ ਸੀ, ਪਰ ਉਹ ਸਿਰਫ 2 ਬੋਲ ਸੀ ਬੋਲੇ ਹੋਏ, ਹੋਰ ਕੁਝ ਵੀ ਨਹੀਂ ਉਹਦੇ ਵਿੱਚ। ਗੁਰਮੁਖ ਪਿਆਰਿਓ, ਇਤਨਾ ਵੱਡਾ ਯੁੱਧ ਹੋਇਆ ਜਿਹੜਾ ਸਿਰਫ 2 ਬੋਲਾਂ ਨੇ ਐਡਾ ਬੜਾ ਯੁੱਧ ਕਰਾ ਦਿੱਤਾ। ਤੇ ਸੋ ਰਹੂ ਵਿਚਾਰ। ਹੁਣ ਚੱਕਵੀ ਨੇ ਬਦਮਾ ਬੋਲ ਦਿੱਤਾ, ਕਹਿੰਦੀ ਹੈ ਤਾਂ ਇਹ ਤ੍ਰੇਤੇ ਦਾ ਅਵਤਾਰ ਹੋਈ ਹੈ, ਪਰ ਰੋਂਦਾ ਇਸਤਰੀਆਂ ਵਾਂਗੂ ਹੈ, ਘਰ ਵਾਲੀ ਵਿਛੜ ਗਈ। ਕਹਿੰਦੇ ਫਿਰ ਰਾਮ ਚੰਦਰ ਜੀ ਨੇ, ਸੋ ਮੈਂ ਸ਼ਾਰਟਕਟ ਕਰਾਂ, ਕਿ ਚੱਕਵੀ ਨੂੰ ਸਰਾਪ ਦਿੱਤਾ ਸੀ ਕਿ ਹੇ ਚੱਕਵੀ, ਜਿਵੇਂ ਮੈਂ ਸੀਤਾ ਲਈ ਤੜਫਦਾ, ਤੂੰ ਆਪਣੇ ਪਤੀ ਲਈ ਤੜਫੇਂਗੀ। ਕਿਉਂਕਿ ਰਾਮ ਜੀ ਜਾਨਵਰਾਂ ਦੇ ਬੋਲ ਸਮਝ ਲੈਂਦੇ ਸਨ, ਉਹਨਾਂ ਦੀ ਭਾਸ਼ਾ ਜਾਨਵਰਾਂ ਦੀ ਜਾਣਦੇ ਸਨ। ਸੋ ਇਸ ਕਰਕੇ ਅਨਕ ਸੂਖ ਚੱਕਵੀ ਨਹੀਂ ਚਾਹਤ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਅਨੇਕਾਂ ਸੁੱਖ ਚੱਕਵੀ ਨੂੰ ਦੇਣੇ ਕਰੋ, ਪਰ ਉਹ ਸੁੱਖ ਨਹੀਂ ਲਵੇਗੀ, ਕਿਉਂਕਿ ਉਹ ਪਤੀ ਦਾ ਵਿਛੋੜੇ ਵਿੱਚ ਰੋਂਦੀ ਰਹਿੰਦੀ ਹੈ ਕਿ ਸੂਰਜ ਚੜ੍ਹੇ, ਮੇਰਾ ਪਤੀ ਨਾਲ ਮਿਲਾਪ ਹੋਵੇ। ਇਹ ਉਹਦਾ ਦੁੱਖ ਹੈ। ਅਨਪੂਰਨ ਪੇਖ ਦੇਹ, ਕਿ ਪੂਰਨ ਮੈਨੂੰ ਪਤੀ ਆਪਣਾ ਮਿਲ ਜਾਵੇ ਤੇ ਮੈਨੂੰ ਸੁੱਖ ਪ੍ਰਾਪਤ ਹੋਵੇ, ਨਹੀਂ ਤਾਂ ਉਹ ਦਿਨ ਰਾਤ ਰੋਂਦੀ ਰਹਿੰਦੀ ਹੈ, ਤੜਫਦੀ ਰਹਿੰਦੀ ਹੈ। ਚੱਕਵੀ ਨੈਣ ਨੀਂਦ ਨਹਿ ਚਾਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਚੱਕਵੀ ਨੂੰ ਨੀਂਦ ਨਹੀਂ ਆਉਂਦੀ। ਚੱਕਵੀ ਨੈਣ ਨੀਂਦ ਨ ਚਾਹੈ, ਬਿਨ ਸਤਿਗੁਰ ਪੇਖੇ। ਕਹਿੰਦੇ ਬਿਨਾ ਚੱਕਵੀ ਆਪਣੇ ਪਤੀ ਤੋਂ ਦੇਖੇ ਬਿਨਾ ਰਹਿ ਨਹੀਂ ਸਕਦੀ, ਤੜਫਦੀ ਰਹਿੰਦੀ ਹੈ। ਇਹ ਦਸ਼ਾ ਹੈ ਉਸ ਦੀ। ਦੂਸਰਾ ਪੱਖ, ਜਿਹੜੇ ਜਗਿਆਸੂ ਨੇ, ਰੱਬ ਦੇ ਪਿਆਰੇ ਜਨ, ਨਾਮ ਜਪਣ ਵਾਲੇ, ਜਿਵੇਂ ਚੱਕਵੀ ਗੁਰੂ ਪਾਤਸ਼ਾਹ ਜੀ ਕਹਿੰਦੇ ਰਹਿ ਨਹੀਂ ਸਕਦੀ ਆਪਣੇ ਪਤੀ ਤੋਂ ਬਿਨਾਂ, ਜਗਿਆਸੂ ਰੂਪ ਚੱਕਵੀ ਦੀ ਤਰ੍ਹਾਂ ਤੜਫਦੇ ਰਹਿੰਦੇ ਨੇ ਬ੍ਰਹਮ ਦੇ ਦਰਸ਼ਨ ਵਾਸਤੇ, ਗੁਰੂ ਦੇ ਦਰਸ਼ਨ ਵਾਸਤੇ, ਪਰਮਾਤਮਾ ਦੇ ਦਰਸ਼ਨ ਵਾਸਤੇ। ਉਹ ਦਿਨ ਰਾਤ ਵੈਰਾਗ ਧਾਰਨ ਕਰਕੇ ਰੋਂਦੇ ਰਹਿੰਦੇ ਨੇ, ਨੇਤਰਾਂ ਦੇ ਵਿੱਚੋਂ ਜਲ ਵਗਦਾ ਰਹਿੰਦਾ ਹੈ, ਹਰ ਟਾਈਮ ਉਹਨਾਂ ਦੇ ਅੰਦਰ ਵੈਰਾਗ ਰਹਿੰਦਾ ਹੈ,
ਉਹ ਚੱਕਵੇ ਰੂਪ ਜਗਿਆਸੂ ਪਰਮਾਤਮਾ ਰੂਪ ਚੱਕਵੇ ਨਾਲ ਤਰ੍ਹਾਂ ਤੜਫਦੇ ਰਹਿੰਦੇ ਹਨ ਕਿ ਕਦੋਂ ਪਰਮਾਤਮਾ ਮਿਲੇ। ਅਨਕ ਸੁਖ ਚੱਕਵੀ ਨਹੀਂ ਚਾਹਤ। ਉਹਨਾਂ ਜਗਿਆਸੂਆਂ ਨੂੰ ਅਨੇਕਾਂ ਸੁਖ ਦੇਣੇ ਕਰੀਏ ਤਾਂ ਵੀ ਉਹ ਸੁਖ ਮਹਿਸੂਸ ਨਹੀਂ ਕਰਦੇ, ਤਾਂ ਵੀ ਉਹ ਤੜਫਦੇ ਰਹਿੰਦੇ ਨੇ। ਜਗਿਆਸੂ ਰੂਪ ਚੱਕਵੀ ਤੇ ਸਾਧ ਸੰਗਤ ਪਰਮਾਤਮਾ ਰੂਪ ਚੱਕਵੇਂ ਨੂੰ ਕਿ ਕਦੋਂ ਚੱਕਵਾ, ਕਦੋਂ ਪਰਮੇਸ਼ਰ ਮਿਲੇ ਤੇ ਮਨ ਦੀ ਤ੍ਰਿਪਤੀ ਹੋਵੇ ਤੇ ਮਨ ਨੂੰ ਆਨੰਦ ਪ੍ਰਾਪਤ ਹੋਵੇ। ਆਨ ਉਪਾਵ ਨ ਜੀਵਤ ਮੀਨਾ ਬਿਨ ਜਲ ਮਰਨਾ ਤੇ। ਹੁਣ ਸਤਿਗੁਰੂ ਮਹਾਰਾਜ ਜੀ ਮੱਛੀ ਦਾ ਪ੍ਰਮਾਣ ਦਿੰਦੇ ਆ। ਆਨ ਉਪਾਵ ਨ ਜੀਵੰਤ ਮੀਨਾ। ਮੱਛੀ ਹੈ ਜਿਹੜੀ, ਉਹਦਾ ਪਾਣੀ ਨਾਲ ਪਿਆਰ ਹੈ। ਮੱਛੀ ਦਾ ਪਾਣੀ ਨਾਲ ਇੰਨਾ ਪਿਆਰ ਹੈ ਕਿ ਜੇ ਮੱਛੀ ਨੂੰ ਪਾਣੀ ਤੋਂ ਬਾਹਰ ਕੱਢੋ ਤਾਂ ਤੜਫ ਤੜਫ ਕੇ ਪ੍ਰਾਣ ਦੇ ਦਿੰਦੀ ਹੈ। ਬੋਲੋ ਸਤਨਾਮ ਸ੍ਰੀ। ਇੰਨਾ ਪਿਆਰ ਹੈ ਮੱਛੀ ਦਾ ਪਾਣੀ ਨਾਲ। ਸਤਿਗੁਰੂ ਮਹਾਰਾਜ ਜੀ ਕਹਿੰਦੇ ਆਨ ਉਪਾਵਨ ਜੀਵਤ ਮੀਨਾ। ਕਿੰਨੇ ਹੀ ਯਤਨ ਕਰੋ, ਕਿੰਨੇ ਹੀ ਉਹਨੂੰ ਕੁਛ ਭੋਜਨ ਦੇਣਾ ਕਰੋ, ਕਿੰਨੇ ਉਪਾਵ ਕਰਨੇ ਕਰੋ, ਪਰ ਮੱਛੀ ਅਨੇਕਾਂ ਉਪਾਵਾਂ ਤੋਂ ਬਿਨਾ ਨਹੀਂ ਜੀਵ ਸਕਦੀ। ਜੀਵਤ ਮੀਨਾ, ਬਿਨਾ ਪਾਣੀ ਤੋਂ ਦਾ ਜੀਵਨ ਹੀ ਨਹੀਂ ਹੈ। ਬਿਨ ਜਲ ਮਰਨਾ ਤੇ। ਗੁਰਦੇਵ ਪਾਤਸ਼ਾਹ ਕਹਿੰਦੇ ਬਿਨਾ ਜਲ ਤੋਂ ਮਰਨਾ ਪੱਕਾ ਹੈ ਮੱਛੀ ਦਾ। ਜੇ ਘਰਾਂ 'ਚ ਵੀ ਰੱਖਦੇ ਨੇ ਸੀਸੇ 'ਚ ਤਾਂ ਪਾਣੀ ਪਾ ਕੇ ਰੱਖਦੇ ਆ, ਕਿਉਂਕਿ ਉਹ ਪਾਣੀ ਤੋਂ ਬਿਨਾ ਰਹਿ ਹੀ ਨਹੀਂ ਸਕਦੇ। ਜੀਵਨ ਹੀ ਪਾਣੀ ਹੈ। ਦੂਸਰਾ ਪ੍ਰਵਾਨ ਜਿਹੜੇ ਜਗਿਆਸੂ ਨੇ ਉਹ ਮੱਛੀ ਦੀ ਤਰ੍ਹਾਂ ਹਨ ਤੇ ਗੁਰਮੁਖ ਪਿਆਰਿਓ ਉਹਨਾਂ ਦਾ ਜੀਵਨ ਵੀ ਮੱਛੀ ਦੀ ਤਰ੍ਹਾਂ ਹੈ ਜਗਿਆਸੂਆਂ ਦਾ। ਜਿਵੇਂ ਮੱਛੀ ਪਾਣੀ ਤੋਂ ਬਿਨਾ ਨਹੀਂ ਰਹਿੰਦੀ, ਇਸੇ ਤਰ੍ਹਾਂ ਉਹ ਜਗਿਆਸੂ ਗੁਰਮੁਖ ਜਨ ਨਾਮ ਜਪਣ ਵਾਲੇ ਗੁਰੂ ਦੇ ਦਰਸ਼ਨਾਂ ਤੋਂ ਬਿਨਾ ਰਹਿੰਦੇ ਨਹੀਂ ਹਨ। ਉਹ ਵੀ ਤੜਫਦੇ ਰਹਿੰਦੇ ਹਨ। ਇਸ ਕਰਕੇ ਮੱਛੀ ਪਾਣੀ ਤੋਂ ਬਿਨਾ ਨਹੀਂ ਰਹਿੰਦੀ ਤੇ ਜਗਿਆਸੂ ਨਾਮ ਜਪਣ ਵਾਲੇ ਗੁਰੂ ਦੇ ਦਰਸ਼ਨਾਂ ਤੋਂ ਬਿਨਾ ਰਹਿੰਦੇ ਨਹੀਂ ਹਨ। ਹਮ ਅਨਾਥ ਨਾਥ ਹਰ ਸਰਣੀ। ਅਸੀਂ ਜੀਵ ਹੈ ਅਨਾਥ ਹਾਂ ਸਤਿਗੁਰੂ ਜੀ। ਆਪ ਅਨਾਥਾਂ ਦੇ ਨਾਥ ਹੋ ਤੇ ਆਪ ਅਨਾਥਾਂ ਦੇ ਨਾਥ ਹੋਣ ਕਰਕੇ ਆਪਣੀ ਕਿਰਪਾ ਕਰੇ। ਆਪਣੀ ਕਿਰਪਾ ਕਰ, ਆਪਣੀ ਰਹਿਮਤ ਕਰ, ਆਪਣੀ ਬਖਸ਼ਿਸ਼ ਕਰ, ਜਿਸ ਕਰਕੇ ਚਰਨ ਕਮਲ ਨਾਨਕ ਅਰਾਧੈ। ਹੀ ਵਾਹਿਗੁਰੂ ਤੇਰੇ ਚਰਨ ਕਮਲ ਸਾਨੂੰ ਪ੍ਰਾਪਤ ਹੋ ਜਾਣ। ਇਹੀ ਦਿਨ ਰਾਤ ਆਰਾਧਨਾ ਕਰ ਰਹੇ ਹਾਂ। ਤਿਸ ਬਿਨ ਆਨ ਨ ਕੇ। ਤੇਰੇ ਚਰਨਾਂ ਕਮਲਾਂ ਤੋਂ ਬਿਨਾਂ ਦਿਨ ਰਾਤ ਰਹਿ ਨਹੀਂ ਸਕਦੇ, ਕਿਉਂਕਿ ਉਹਨਾਂ ਦੀ ਦਸ਼ਾ ਇਹ ਬਣ ਜਾਂਦੀ ਹੈ ਜਗਿਆਸੂ ਦੀ, ਜਿਨ੍ਹਾਂ ਦੇ ਅੰਦਰ ਪ੍ਰੇਮ ਹੁੰਦਾ ਹੈ, ਜਿਨ੍ਹਾਂ ਦੇ ਅੰਦਰ ਸ਼ਰਧਾ ਹੁੰਦੀ ਹੈ। ਉਹ ਦਿਨ ਰਾਤ ਗੁਰੂ ਦੇ ਦਰਸ਼ਨਾਂ ਨੂੰ ਤੜਫਦੇ ਰਹਿੰਦੇ ਹਨ। ਜਿਵੇਂ ਪਿੱਛੇ ਵਿਚਾਰ ਸੁਣਾਏ ਸੀ, ਮਾਤਾ ਨੇਤਰਾਂ ਤੋਂ ਤਾਂ ਹੀਣੀ ਸੀ, ਪਰ ਬਸਤਰ ਬੜਾ ਸੋਹਣਾ ਬੁਣਿਆ, ਤਿਆਰ ਕਰ ਲਿਆ ਕਿ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਆਉਣਗੇ, ਮੈਂ ਇਹਨਾਂ ਨੂੰ ਭੇਟ ਕਰਾਂਗੀ। ਤੇ ਗੁਰਮੁਖ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਭਿਆਨਕ ਜੰਗ ਮਾਛੀਵਾੜੇ ਦੇ ਵਿੱਚੋਂ ਨਿਕਲ ਕੇ, ਵਾਹਿਗੁਰੂ ਚਮਕੌਰ ਗੜ੍ਹੀ ਚੋਂ ਨਿਕਲ ਕੇ ਮਾਛੀਵਾੜੇ ਦੀ ਧਰਤੀ ਤੇ ਪਹੁੰਚੇ। ਜਾਣ ਦਾ ਕਾਰਨ ਕੀ ਸੀ? ਉੱਥੇ ਸਿਰਫ ਇੱਕੋ ਹੀ ਮਾਈ ਦੀ ਅਰਦਾਸ ਸੀ, ਬੇਨਤੀਆਂ ਸਨ।
ਉਹ ਮੱਛੀ ਵਾਂਗੂ ਤੜਫ ਰਹੀ ਸੀ, ਉਹ ਚਾਤਰਿਕੀ ਵਾਂਗੂ ਤੜਫ ਰਹੀ ਸੀ ਕਿ ਮੇਰੇ ਸਤਿਗੁਰੂ ਆਉਣ, ਮੈਂ ਉਹਨਾਂ ਨੂੰ ਇੱਕ ਕੱਪੜਾ ਭੇਟ ਕਰਾਂ। ਇਹ ਤਾਂ ਇਤਿਹਾਸਕ ਵਿਚਾਰ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗਏ ਤੇ ਕੱਪੜਾ ਪ੍ਰਵਾਨ ਕੀਤਾ। ਉਹੀ ਕੱਪੜਾ ਰੰਗਾ ਕੇ ਫਿਰ ਸਤਿਗੁਰਾਂ ਨੇ ਵਸਤਰ ਪਹਿਨਿਆ ਤੇ ਸਾਧ ਸੰਗਤ ਉਹ ਮਾਈ ਦੀ ਭੇਟਾ ਪ੍ਰਵਾਨ ਕੀਤੀ। ਇਉਂ ਐਸੇ ਇਤਿਹਾਸ ਵਿੱਚ ਬਹੁਤ ਸਾਖੀਆਂ ਨੇ ਜਿਹੜੀਆਂ ਕਿ ਸਾਨੂੰ ਸਾਡੇ ਸਤਿਗੁਰੂ ਮਹਾਰਾਜ ਜੀ ਸ਼ਰਧਾ ਪ੍ਰੇਮ ਦੇ ਨਾਲ ਕਿਸੇ ਨੇ ਯਾਦ ਕੀਤਾ ਤੇ ਉਹਨਾਂ ਤੋਂ ਭੇਟ ਲੈਣ ਵਾਸਤੇ ਪਹੁੰਚੇ। ਹਰਿਆਣੇ ਵਿੱਚ ਮਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰੀ ਜਾਂਦੀ ਸੀ, ਸੱਚੇ ਪਾਤਸ਼ਾਹ ਜੇ ਆਵੇਂ ਤੇ ਮੈਂ ਖੇਸ ਭੇਟ ਕਰਾਂ। ਪਤਾ ਹੈ ਨਾ ਸਭ ਨੂੰ, ਅਰਦਾਸਾਂ ਬੇਨਤੀਆਂ ਉਹ ਮਾਈ ਕਰਦੀ ਰਹੀ। ਹੈ ਧੋਬੀ ਦੇ ਘਰ ਵਾਲੀ ਸੀ, ਪਰ ਜਿਸ ਵੇਲੇ ਗੁਰਮੁਖ ਪਿਆਰਿਓ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਦਿੱਲੀ ਵਿੱਚ ਸੀਸ ਦਿੱਤਾ ਨਾ, ਦੇਖੋ ਜਾਣ ਦਾ ਕਾਰਨ ਸਤਿਗੁਰਾਂ ਦਾ, ਤੇ ਜਾਣਾ ਤਾਂ ਸਰੀਰ ਰੂਪੀ ਸੀ ਨਾ, ਪਰ ਜਦੋਂ ਸਰੀਰ ਗਾਲ ਧੜ ਤੋਂ ਵੱਖਰਾ ਹੋ ਗਿਆ, ਸਿਰ ਭਾਈ ਜੀਵਨ ਜੀ, ਭਾਈ ਜੇਤਾ ਜੀ ਕਹਿ ਲੋ, ਭਾਵੇਂ ਜੀਵਨ ਜੀ ਕਹਿ ਲੋ, ਦੋਏ ਨੌ ਇੱਕੋ ਹੀ ਗੁਰਸਿੱਖ ਦੇ ਨੇ। ਇਹ ਜਦੋਂ ਦਿੱਲੀ ਤੋਂ ਲੈ ਕੇ ਆਏ ਨਾ ਭਾਈ ਜੀਵਨ ਸਿੰਘ ਜੀ, ਤੇ ਗੁਰਮੁਖ ਪਿਆਰਿਓ ਸੁਭਾਖੜਾ ਹੋਣ ਲੱਗਿਆ ਤੇ ਉਸੇ ਧੋਬੀ ਸਵੇਰੇ ਸਵੇਰੇ ਕੱਪੜੇ ਲੈ ਕੇ ਗਿਆ ਤੇ ਉਹਨੂੰ ਕਹਿੰਦਾ ਬਈ ਦੇਖ ਮੈਨੂੰ ਥੋੜਾ ਜਿਹਾ ਲੁਕੋ, ਕਿਤੇ ਆ ਭਾਣਾ ਹੈ। ਤੇ ਗੁਰਮੁਖ ਪਿਆਰਿਓ ਜਦੋਂ ਘਰ ਗਏ, ਧੋਬੀ ਦੇ ਘਰ ਵਾਲੀ ਨੇ ਉਹੀ ਖੇਸ ਵਿਛਾਇਆ ਜਿਹੜਾ ਸਤਿਗੁਰਾਂ ਦੇ ਲਈ ਰੱਖਿਆ ਹੋਇਆ ਸੀ। ਤੇ ਜਦੋਂ ਸੀਸ ਰੱਖਿਆ ਨਾ ਤਾਂ ਭੁੱਬਾ ਮਾਰ ਕੇ ਰੋ ਪਈ ਸੀ, ਹੇ ਸੱਚੇ ਪਾਤਸ਼ਾਹ ਮੈਨੂੰ ਕੀ ਪਤਾ ਸੀ ਤੁਸੀਂ ਭੇਟ ਲੈਣ ਇਸ ਰੂਪ ਵਿੱਚ ਆਓਗੇ। ਸੋ ਉਸੇ ਖੇਸ ਦੇ ਵਿੱਚ ਭਾਈ ਜੈਤਾ ਜੀ ਸਾਧ ਸੰਗ ਆਨੰਦਪੁਰ ਸਾਹਿਬ ਨੂੰ ਫਿਰ ਖੇਸ ਦੇ ਵਿੱਚ ਸੀਸ ਨੂੰ ਲੈ ਕੇ ਗਏ। ਸਰੋ ਵਿਚਾਰ ਇਉਂ ਬੇਅੰਤ ਸਾਖੀਆਂ ਨੇ ਗੁਰੂ ਮਹਾਰਾਜ ਜੀ ਨੂੰ, ਜਿਸ ਨੇ ਵੀ ਸ਼ਰਧਾ ਪ੍ਰੇਮ ਭਾਵਨਾ ਨਾਲ ਯਾਦ ਕੀਤਾ, ਗੁਰੂ ਹਰੇਕ ਰੂਪ ਦੇ ਵਿੱਚ ਅਨੇਕਾਂ ਰੂਪਾਂ ਦੇ ਵਿੱਚ ਉਸ ਗੁਰਸਿੱਖ ਨੂੰ ਮਿਲੇ, ਉਹਦੀ ਸ਼ਰਧਾ ਪ੍ਰੇਮ ਭਾਵਨਾ ਪੂਰੀ ਕੀਤੀ। ਸੋ ਇਸ ਕਰਕੇ ਆਓ ਇਹ ਜਗਿਆਸੂ ਦੀ ਅਵਸਥਾ ਐਸੀ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਸਾਧ ਸੰਗਤ ਚਾਤਰਕ ਦੀ ਹੈ, ਬਵੀਹੇ ਦੀ ਹੈ, ਜਿਸ ਤਰ੍ਹਾਂ ਚਕਵੀ ਦੀ ਹੈ, ਜਿਸ ਤਰ੍ਹਾਂ ਮੱਛੀ ਦੀ ਹੈ। ਇਹ ਤਿੰਨ ਪ੍ਰਵਾਨ ਇਹ ਪਾਵਨ ਪਵਿੱਤਰ ਹੁਕਮਨਾਮੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਨੇ। ਜੇ ਸਾਡੇ ਅੰਦਰ ਗੁਰੂ ਪ੍ਰਤੀ ਇੰਨਾ ਪਿਆਰ ਹੋਵੇਗਾ ਤਦੇ ਹੀ ਗੁਰੂ ਕਿਰਪਾ ਕਰੇਗਾ, ਰਹਿਮਤ ਕਰੇਗਾ। ਸੋ ਆਓ ਇੰਨੀਆਂ ਬੇਨਤੀਆਂ ਪ੍ਰਵਾਨ, ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ ਸੰਗਤ ਤੇ ਗੁਰੂ ਮਹਾਰਾਜ ਜੀ ਬਖਸ਼ਣ ਦੇਣ, ਅੱਗੇ ਤੋਂ ਸਤਿਗੁਰੂ ਸਮੱਤ ਬਖਸ਼ਣ। ਆਓ ਅਖੀਰਲੀ ਲੈਣ ਪੜ੍ਹ ਕੇ ਫਤਿਹ ਬੁਲਾਈਏ। ਹਮ ਅਨਾਥ ਨਾਥ ਹਰ ਸਰਣੀ, ਆਪਣੀ ਕਿਰਪਾ ਕਰੇ, ਚਰਨ ਕਮਲ ਨਾਨਕ ਆਰਾਧੈ, ਤਿਸ ਬਿਨ ਆਨ ਨਾ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।